ਉਹਦੇ ਵਿੱਚੋਂ ਜਿਹੜਾ ਕਿਸਾਨਾਂ ਨੂੰ ਮਤਲਬ ਦਿੱਤੀ ਜਾ ਰਹੀ ਹੈ ਬੇਸਿਕਲੀ ਮਤਲਬ ਮੈਂ ਸਮਝਦਾ ਕਿ ਰਿਸ਼ਵਤ ਹੀ ਹੈ ਕਿ 6000 ਰੁਪਈਆ ਦੇ ਦਿਓ ਤੇ ਭਰਮਾ ਦਿਓ, ਉਹਨਾਂ ਨੇ ਕਰੋੜਾਂ ਕਮਾ ਲਏ। ਜਿੱਦਾਂ ਮੈਂ ਉਹਦੇ 'ਚ ਹੀ ਸੀ, ਮੈਂ ਦੁਬਾਰਾ ਉਸ ਗੱਲ ਨੂੰ ਕਿ ਜੇ ਤੁਸੀਂ ਉਹਨਾਂ ਅੰਕੜਿਆਂ ਨੂੰ ਦੇਖੋ ਕਿ ਜਿਹੜੀ 4.18 ਬਿਲੀਅਨ ਡਾਲਰ ਹੈ ਉਹ ਰੁਪਈਆਂ 'ਚ ਕਿੰਨੇ ਬਣਦੇ ਨੇ, ਉਹ ਰੁਪਈਆਂ 'ਚ ਬਣਦਾ। ਹੁਣ ਮੈਂ ਉਹਦਾ ਦੁਬਾਰਾ ਕਿ 3,12,000 ਕਰੋੜ ਰੁਪਇਆ ਜਿਹੜਾ ਹੈ ਉਹ ਬਣਦਾ। ਹੁਣ ਇਹ ਲੱਖ ਕਰੋੜ ਕਿੰਨਾ ਬਣਦਾ, ਮੈਂ ਉਹਦੇ 'ਚ ਮੈਂ ਕਿਹਾ ਜੇ ਆਪਾਂ ਇੱਦਾਂ ਸੋਚੀਏ ਕਿ ਵੀ ਪੰਜਾਬ ਦੇ 3 ਕਰੋੜ ਬੰਦੇ ਨੇ, ਹਰ ਬੰਦੇ ਦੇ ਸਿਰ ਦੇ ਉੱਤੇ 1,07,000 ਰੁਪਈਆ ਉਹਨਾਂ ਨੇ ਕਮਾਇਆ ਮਤਲਬ ਐਕਸਪੋਰਟ 'ਤੇ। ਫਿਰ ਉਸ ਤੋਂ ਬਾਅਦ ਉਹ ਤੁਹਾਨੂੰ 6,000 ਰੁਪਈਆ ਦੇ ਦੇਣ ਔਰ ਉਹ ਮਤਲਬ ਭਰਮ 'ਚ ਪਾਉਣ ਵਾਲੀ ਗੱਲ ਹੈਗੀ। ਤੋ ਇਸ ਕਰਕੇ ਜਿਹੜੀ ਇਹ ਪੂਰੀ ਪ੍ਰਾਈਸਿਸ ਦੀ ਮੈਕਨਿਜ਼ਮ ਹੈ ਔਰ ਇਹਦੇ ਵਿੱਚ ਐਗਰੀਕਲਚਰ ਔਨ ਐਗਰੀਮੈਂਟ ਔਨ ਐਗਰੀਕਲਚਰ ਵਾਲਾ ਜਿਹੜਾ ਪੱਖ ਹੈ ਉਹ WTO ਦਾ ਹੈਗਾ। ਪਰ WTO ਕਹਿ ਰਿਹਾ ਕਿ ਪਲਸਿਸ ਉੱਤੇ ਇੰਪੋਰਟ ਜਾਂ ਐਕਸਪੋਰਟ ਡਿਊਟੀ ਲਾਉਣ ਦਾ ਸਾਡਾ ਕੋਈ ਰਿਕਮੈਂਡੇਸ਼ਨ ਨਹੀਂ ਹੈ। ਪਰ ਇਹ ਕਿ ਤੁਸੀਂ ਗਵਰਨਮੈਂਟ ਦਾ ਜਿਹੜਾ ਆਪਣਾ ਘਾਟਾ ਹੈ ਔਰ ਘਾਟਾ ਕਿੱਥੇ ਜਾ ਰਿਹਾ ਹੈ, ਮਤਲਬ ਉਹ ਰਫੇਲ 'ਚ ਪਤਾ ਲੱਗੂਗਾ ਜਿੰਨੀ ਮਤਲਬ ਡਿਫੈਂਸ ਦੇ ਨਾਂ ਦੇ ਉੱਤੇ ਪੈਸਾ ਖਰਚ ਹੋ ਰਿਹਾ, ਉਧਰੋਂ ਹੈਲਥ ਤੋਂ ਕੱਟ ਕੇ ਤੁਸੀਂ ਟੀਕੜਿਆਂ ਵਾਲਿਆਂ 'ਤੇ ਦੇ ਰਹੇ। ਔਰ ਮੈਨੂੰ ਲੱਗਦਾ ਕਿ ਉਹ ਟੀਕਿਆਂ ਵਾਲੇ ਦੇ ਜਿਹੜਾ ਸੀਗਾ ਨਾ ਕਿ ਉਹ ਹੋਰ ਕੰਪਨੀਆਂ ਨੂੰ ਦੇਣਾ ਠੇਕਾ ਟੀਕਿਆਂ ਦਾ, ਉਹਦੇ ਕਰਕੇ ਮਤਲਬ ਤੁਹਾਡਾ ਹੈਲਥ ਮਿਨਿਸਟਰ ਜਿਹੜਾ ਉਹਦੀ ਹੈਲਥ ਖਰਾਬ ਕਰਤੀ, ਉਹਨੂੰ ਛੁੱਟੀ ਕਰਤੀ ਇਹਨੇ। ਤਾਂ ਮਤਲਬ ਇਹਦੇ ਮਗਰ ਤਾਂ ਇਸ ਕਰਕੇ ਮੈਂ ਸਮਝਦਾ ਕਿ ਆਮ ਆਦਮੀ ਨੂੰ ਆਪਾਂ ਕਿਵੇਂ ਸਮਝਾਈਏ ਕਿ ਕਿਉਂਕਿ ਇਹ ਜਿਹੜੀ ਅੱਜ ਮਤਲਬ ਕਿ ਘਰ ਤੱਕ ਪਹੁੰਚੀ ਹੋਈ ਹੈ ਔਰ ਉਹ ਅਗਰ ਘਰ ਤੱਕ ਅਸੀਂ ਉਹਨੂੰ ਪਹੁੰਚਾ ਦਿੰਦੇ ਹਾਂ ਤੇ ਹੀ ਵਿਲ ਚੇਂਜ। ਔਰ ਦੂਜਾ ਮੇਰਾ ਆਪਣਾ ਜਿਹੜਾ ਯਕੀਨ ਹੈ, ਆਪਾਂ ਇਤਿਹਾਸ ਦੇਖੀਏ ਜਦੋਂ ਵੀ ਇੱਕ ਬੰਦੇ ਦੇ ਮਗਰ ਲੱਗੇ ਆ ਮਤਲਬ ਅਖੀਰ 'ਤੇ ਉਹ ਤੁਹਾਨੂੰ ਕਿੱਥੇ ਲੈ ਗਿਆ, ਉਹ ਪਾਈਡ ਪਾਈਪਰ ਹੈ। ਜੈ ਪ੍ਰਕਾਸ਼ ਨਾਰਾਇਣ ਪਾਈਡ ਪਾਈਪਰ ਆਇਆ, ਸੰਪੂਰਨ ਨੇ ਕ੍ਰਾਂਤੀ ਦੀ ਗੱਲ ਕੀਤੀ ਲੇਕਿਨ ਅਖੀਰ ਦੇ ਕੇ ਕੀ ਗਿਆ BJP ਤੋਂ। BJP ਉਹਦੇ 'ਚੋਂ ਹੀ ਬਣੀ ਨਾ, ਜਨ ਸੰਘ ਤੋਂ BJP ਬਣ ਗਈ ਔਰ ਉਹਦੇ ਪੈਰ ਪੱਕੇ ਹੋ ਗਏ, ਬਾਕੀ ਸਾਰੇ ਜਿਹੜੇ ਨੇ ਤੇ ਲੱਗੇ। ਫਿਰ ਉਸ ਤੋਂ ਬਾਅਦ ਆਪਾਂ ਮਤਲਬ ਉਹ ਐਂਟੀ ਕਰਪਸ਼ਨ ਵਾਲਾ ਆਪਾਂ ਬੜੇ ਜ਼ੋਰ ਨਾਲ ਉਹਦੇ ਵਿੱਚ ਸੀ ਵੀ ਐਂਟੀ ਕਰਪਸ਼ਨ ਬਹੁਤ ਹੈ। ਹਾਲਾਂਕਿ ਇਹ ਜਿਹੜੀ ਕਰਪਸ਼ਨ ਦਾ ਵੀ ਮੁੱਦਾ ਹੈ ਉਹ ਵਰਲਡ ਬੈਂਕ ਨੇ ਉਠਾਇਆ। ਦੇਖੋ ਤੁਸੀਂ ਇੰਟਰਸਟਿੰਗ ਗੱਲ, ਕਿਉਂਕਿ ਵਰਲਡ ਬੈਂਕ ਨੂੰ ਪਤਾ ਕਿ ਜਿਹੜੇ ਉਹ ਪੈਸੇ ਲੋਨ ਦੇ ਰਿਹਾ ਉਹ ਲੋਕਾਂ ਦੇ ਭਲੇ ਲਈ ਤਾਂ ਵਰਤੇ ਨਹੀਂ ਜਾਣੇ, ਉਹ ਮਤਲਬ ਕਾਰਪੋਰੇਟ ਦੇ ਜਾਣੇ। ਜਿਹੜਾ ਹੁਣ ਤੁਹਾਡੀ ਸੜਕ ਬਣ ਰਹੀ ਹੈ, ਇੱਥੇ ਵੀ ਹੁਣ ਪੁਲ ਬਣ ਰਿਹਾ, ਇਹ ਪੁਲ ਦਾ ਜਿਹੜਾ ਪੈਸਾ ਕਿੱਥੋਂ ਆ ਰਿਹਾ, ਇਹ ਵਰਲਡ ਬੈਂਕ ਦੀ ਲੋਨ ਹੈ। ਇਹਦੇ 'ਤੇ ਥੋੜ੍ਹੀ ਤਰਜੀਹ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਇਹ ਵਾਇਆ ਡਿਫੈਂਸ ਆਉਂਦਾ, ਕਿਉਂਕਿ ਅਸੀਂ ਫਿਰੋਜ਼ਪੁਰ ਨੂੰ ਛੇਤੀ ਫੌਜ ਭੇਜਣ ਦਾ ਰਾਹ ਬਣਾ ਕੇ ਰੱਖਣਾ। ਲੇਕਿਨ ਉਹਦੇ ਨਾਲ ਤੁਸੀਂ ਦੇਖੋਗੇ ਕਿ 4-4 ਫੁੱਟ ਜਿਹੜੀ ਹੈ ਦੋਨੋਂ ਬੰਨੇ ਮਤਲਬ ਚੈਨਲ ਬਣ ਰਹੀ ਹੈ। ਮੇਰੇ ਮਨ 'ਚ ਆਇਆ ਕਿ ਇਹ ਕਾਹਦੇ ਲਈ ਹੈ। ਮੈਂ ਕਿਹਾ ਵੀ ਸਾਡੇ ਆਪਣੇ ਵਿਗਿਆਨੀਆਂ ਨੇ ਜਾਂ ਸਾਡੇ ਆਪਣੇ ਜਿਹੜੇ ਇੰਨੇ ਚੰਗੇ ਇੰਜੀਨੀਅਰਸ ਨੇ ਉਹਨਾਂ ਨੇ ਡਿਜ਼ਾਈਨ ਕੀਤਾ। ਔਰ ਜਦੋਂ ਮੈਂ ਉਹਨੂੰ ਦੇਖਿਆ ਤੇ ਉਹ ਵਰਲਡ ਬੈਂਕ ਨੇ ਜਿੱਥੇ ਲੋਨ ਦਿੱਤਾ ਉਹਨੇ ਨਾਲ ਡਿਜ਼ਾਈਨ ਵੀ ਦਿੱਤਾ। ਫਿਰ ਮੈਨੂੰ ਸਮਝ ਲੱਗੀ ਕਿ ਇਹ ਕਿਉਂ ਹੈ ਕਿ ਜਿੱਥੇ ਲੋਕ ਵਾਸਤੇ ਤੁਸੀਂ ਸੜਕ ਬਣਾਉਣੀ ਹੈ ਉੱਥੇ ਕੁਝ ਸੀਮੈਂਟ ਵਾਲਿਆਂ ਨੂੰ ਵੀ ਪੈਸਾ ਮਿਲਣਾ ਚਾਹੀਦਾ, ਕੁਝ ਲੋਹੇ ਵਾਲਿਆਂ ਨੂੰ ਵੀ ਮਿਲਣਾ ਚਾਹੀਦਾ। ਔਰ ਇਹ ਕਹਤਾ ਜੀ ਇਹ ਪਾਣੀ ਦੀ ਡਰੇਨੇਜ ਵਾਸਤੇ ਹੈ ਔਰ ਤੁਸੀਂ ਮੈਨੂੰ ਦਿਖਾ ਦਿਓ ਕਿਤੇ ਵੀ ਉਹ ਡਰੇਨੇਜ ਦਾ ਆਊਟਰ ਹੈ ਨਹੀਂ। ਹੁਣ ਆਪਣੇ ਵੀ ਇਸ ਇਲਾਕੇ 'ਚ ਮਤਲਬ ਸਾਡੀ ਸਾਰੀ ਸੜਕ ਪੁੱਟਤੀ। ਮੈਂ ਕਿਹਾ ਕੀ ਹੋ ਰਿਹਾ, ਕਹਿੰਦੇ ਜੀ ਸਮਾਰਟ ਸਿਟੀ ਬਣ ਰਹੀ ਹੈ, ਲੁਧਿਆਣੇ 'ਚ ਹੋ ਰਿਹਾ। ਕਹਿੰਦੇ ਜੀ ਉਹ ਜਿਹੜਾ ਪਾਣੀ ਬਰਸਾਤ ਦਾ ਆਉਂਦਾ ਨਾ ਉਹਨੂੰ ਅਸੀਂ ਵੱਖਰਾ ਮਤਲਬ ਇਕੱਠਾ ਕਰ ਰਹੇ ਔਰ ਪਾ ਕਿੱਥੇ ਰਹੇ ਨੇ, ਫਿਰ ਸੀਵਰੇਜ 'ਚ ਪਾ ਰਹੇ ਨੇ ਮਤਲਬ। ਔਰ ਉਹ ਅੱਧਾ ਕੁ ਪੁੱਟ ਕੇ ਉਹ ਕਹਿੰਦੇ ਜੀ ਸਾਡਾ ਠੇਕੇਦਾਰ ਦੌੜ ਗਿਆ, ਫਿਰ ਲਾਲਾ ਕੀਤੀ ਤਾਂ ਉਹਨਾਂ ਨੇ ਮੁੜ ਕੇ ਰਾਹ ਬਣਾਇਆ। ਤਾਂ ਇਹ ਜਿਹੜਾ ਹੈ ਕਿ ਇਹ ਜਿਹੜਾ ਲੋਨ 'ਤੇ ਬੇਸਡ ਸਾਰਾ ਕੁਝ ਚੱਲ ਰਿਹਾ ਉਹਦੇ ਤੋਂ ਤੁਸੀਂ ਰਾਹਤ ਕਿੱਥੇ ਦੇ ਸਕਦੇ ਹੋ। ਔਰ ਮੈਨੂੰ ਇਹ ਲੱਗਦਾ ਕਿ ਵੀ ਜਿਹੜਾ ਵਿਅਕਤੀਵਾਦਤਾ ਵਾਲਾ ਮਾਡਲ ਹੈ ਉਹਦੀ ਬਜਾਏ ਕੋਲੈਕਟਿਵ ਮਾਡਲ ਜਿਹੜਾ ਹੈ ਉਹ ਮਤਲਬ ਕਿਉਂਕਿ ਤੁਹਾਡੀ ਇਸ ਕਿਸਾਨ ਮੂਵਮੈਂਟ ਨੇ ਇੱਕ ਚੀਜ਼ ਤਾਂ ਸਬੂਤ ਕਰਤੀ ਨਾ, ਜਿਹੜੇ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਵਿਅਕਤੀਵਾਦਤਾ ਤੋਂ 5 ਪਿਆਰਿਆਂ 'ਤੇ ਆਓ। 5 ਜਿਹੜੇ ਜਦੋਂ ਫੈਸਲਾ ਕਰਨਗੇ ਤਾਂ ਉਹ ਜ਼ਿਆਦਾ ਪਾਏਦਾਰ ਹੋਏਗਾ ਇੱਕ ਵਿਅਕਤੀ ਨਾਲ। ਉਹਨਾਂ ਨੇ ਖੁਦ ਉਸ ਤਰਜੀਹ ਦਿੱਤੀ। ਔਰ ਅੱਜ ਜੇ ਹੈਗਾ ਕਿ ਵੀ ਉੱਥੇ ਹੋ ਰਹੇ ਨੇ, ਹੁਣ ਉਹਨਾਂ ਨੂੰ ਵੀ ਹੈ ਕਿ ਆਪਾਂ ਕਹਿ ਰਹੇ ਸੀ ਵੀ ਉਹ ਕੁਛ ਕਰਨ। ਇਹ ਜ਼ਰੂਰ ਹੈ ਕਿ ਲੋਕ ਉਹਨਾਂ ਦੀ ਉਂਗਲ ਵੱਲ ਦੇਖ ਰਹੇ ਨੇ, ਲੇਕਿਨ ਉਹਨਾਂ ਨੂੰ ਬਹੁਤ ਸਿਆਣਪ ਨਾ ਕਰਨਾ ਪੈਣਾ ਕਿ ਜੇ ਵਾਕਿਆ ਹੀ ਪੰਜਾਬ ਤੋਂ ਤਬਦੀਲੀ ਸ਼ੁਰੂ ਹੋ ਸਕਦੀ ਹੈ ਤਾਂ ਉਹਨੂੰ ਆਪਾਂ ਇੱਕ ਵੱਖਰੇ ਉਹਦੇ 'ਤੇ ਮੈਂ ਵੱਖਰਾ ਆਪਾਂ ਕਿਤੇ ਬਹਿ ਕੇ ਵਿਚਾਰ ਕਰ ਸਕਦੇ ਹਾਂ ਕਿ ਉਹਦਾ ਮਾਡਲ ਕੀ ਹੋ ਸਕਦਾ ਹੈ।
ਕੀ ਪਿੰਡ ਦੇ ਲੋਕ ਆਪਣਾ ਫੈਸਲਾ ਆਪ ਕਰਨ ਦੇ ਕਾਬਿਲ ਬਣਾਉਣ ਨੂੰ ਤਿਆਰ ਆ ਸੀ? ਤੁਹਾਡੇ ਕੋਲ ਇੱਕ ਬਹੁਤ ਵਧੀਆ, ਔਰ ਇਹ ਅੱਜ ਸਟੈਨ ਸਵਾਮੀ ਦੀ ਡੈਥ ਹੋਈ ਹੈ, ਉਹ ਦੁਸ਼ਮਣ ਕਦੋਂ ਬਣਿਆ ਉਹਨਾਂ ਦਾ ਤੁਹਾਨੂੰ ਪਤਾ? ਉਹ ਦੁਸ਼ਮਣ ਉਦੋਂ ਬਣਿਆ ਜਿੱਦਣ ਉਹਨੇ ਮਤਲਬ ਉੱਥੋਂ ਦੇ ਜਿਹੜੇ ਆਦਿਵਾਸੀ ਸੀ ਉਹਨਾਂ ਨੂੰ ਇਹ ਸਮਝਾਤਾ ਕਿ ਤੁਹਾਡੇ ਕਾਨੂੰਨੀ ਹੱਕ ਨੇ, ਆਓ ਆਪਾਂ ਪੱਥਰ 'ਤੇ ਲਿਖ ਕੇ ਕਾਨੂੰਨੀ ਹੱਕ ਲਾ ਦੇਣੇ, ਉਹਨੂੰ ਪੱਥਰ ਗੜੀ ਕਹਿੰਦੇ ਨੇ। ਹਰ ਪਿੰਡ ਨੇ ਆਪਣੇ ਰਾਹ ਦੇ ਉੱਤੇ ਮਤਲਬ ਹੱਕ ਲਾਤੇ। ਜੇ ਅਸੀਂ ਵੀ ਆਪਣੇ ਜਿਹੜੇ ਸਾਡੇ ਮਤਲਬ ਗ੍ਰਾਮ ਸਭਾ ਵਾਲੇ ਹੱਕ ਨੇ, ਕਿਉਂਕਿ ਅਸੀਂ ਪੰਚਾਇਤ ਨੂੰ ਤੇ ਗ੍ਰਾਮ ਸਭਾ ਨੂੰ ਅਜੇ ਵੱਖਰੇ ਕਰਕੇ ਨਹੀਂ ਦੇਖ ਸਕੇ। ਗ੍ਰਾਮ ਸਭਾ ਪੱਕੀ ਚੀਜ਼ ਹੈ, ਪੰਚਾਇਤ ਜਿਹੜੀ ਹੈ ਉਹ ਫਿਰ ਪੋਲੀਟੀਸਾਈਜ਼ ਹੁੰਦਾ ਹੈ, ਲੇਕਿਨ ਪੰਚਾਇਤ ਦੇ ਹੱਥ 'ਚ ਕੁਛ ਨਹੀਂ ਹੈ, ਗ੍ਰਾਮ ਸਭਾ ਦੇ ਹੱਥ 'ਚ ਸਭ ਕੁਛ ਹੈ। ਜਿੱਦਾਂ ਮੈਂ ਮਤਲਬ ਕੱਲ੍ਹ ਵੀ ਕੁਛ ਟੀਚਰਸ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਜੇ ਤੁਸੀਂ ਇੰਨਾ ਹੀ ਕਰਵਾ ਦਿਓ ਕਿ ਸਰਕਾਰ ਪੰਜਾਬ ਸਰਕਾਰ ਕਹਿੰਦੀ ਕਿ ਜੀ ਅਸੀਂ ਤੇ ਨੰਬਰ 1 ਹੈਗੇ ਆ ਮਤਲਬ ਸਾਰੇ ਸਕੂਲਾਂ ਵਿੱਚ, ਤੇ ਪਿੰਡ ਵਾਲੇ ਜਿਹੜੇ ਨੇ ਉਹ ਇੱਕ ਮਤਾ ਪਾਸ ਕਰਕੇ ਗ੍ਰਾਮ ਸਭਾ ਦਾ ਉਹਨਾਂ ਨੂੰ ਦਿਖਾ ਦੇਣ ਕਿ ਵੀ ਸਾਡਾ ਪਿੰਡ ਤੇ ਅਜੇ ਨੰਬਰ 1 'ਚ ਨਹੀਂ ਆਉਂਦਾ, ਔਰ ਉਹ ਗ੍ਰਾਮ ਸਭਾ ਦਾ ਮਤਾ ਜਿਹੜਾ ਹੈ ਉਹ ਮਤਲਬ ਪੱਕੀ ਜਿੱਦਾਂ ਲੋਹੇ 'ਤੇ ਲਕੀਰ ਕਹਿੰਦੇ ਹੁੰਦੇ ਨਾ ਉਹ ਹੈ। ਤੋ ਲੇਕਿਨ ਉਹ ਗ੍ਰਾਮ ਸਭਾ ਵਾਲੀ ਇੰਪਾਵਰਮੈਂਟ ਜਿਹੜੀ ਹੈ, ਔਰ ਉਹਦੇ 'ਚ ਵੀ ਹੈ ਕਿ ਜੇ ਹੁਣ ਪਿੰਡ ਨੂੰ ਇਕੱਠਿਆਂ ਕਰਨਾ ਹੈ ਤੇ 2 ਮੁੱਦਿਆਂ ਦੇ ਉੱਤੇ ਉਹ ਇੱਕ ਨੇ, ਸਕੂਲ, ਕਾਮਨ ਸਕੂਲ। ਅਗਰ ਕਾਮਨ ਸਕੂਲ 'ਚ ਸਾਰੇ ਬੱਚੇ ਜਾਣਗੇ ਤੇ ਫਿਰ ਇਹ ਜਿਹੜੇ ਬਾਕੀ ਮਾਨਸਿਕਤਾ ਬਿਲਟ ਕਰ ਰਹੇ ਨੇ ਜਿਹਦੇ ਉੱਤੇ ਸਾਰਾ ਮਤਲਬ ਨਿਊ ਲਿਬਰਲ ਮਤਲਬ ਨਿਊ ਫਾਸਿਜ਼ਮ ਇਕੱਠਾ ਹੋ ਰਿਹਾ ਉਹ ਸਾਰਾ ਖਤਮ ਹੁੰਦਾ। ਕਿਉਂਕਿ ਇਸੇ ਕਰਕੇ ਜਿਹੜਾ ਲੰਗਰ ਹੈ, ਔਰ ਉਹਦੇ 'ਚ ਤੁਸੀਂ 1919 ਦੀ ਗੱਲ ਯਾਦ ਕਰੋ, ਕਿਉਂਕਿ ਕਿਉਂ ਡਾਇਰ ਜਿਹੜਾ ਹੈ ਉਹ ਪਾਗਲ ਹੋਇਆ। ਮੈਂ ਹੁਣੇ ਉਹ ਸਾਰੇ ਪੁਰਾਣੇ ਜਿਹੜੇ ਓਰੀਜਨਲ ਡਾਕੂਮੈਂਟ ਸੀਗੇ ਉਸ ਵੇਲੇ ਦੇ ਉਹ ਕੱਢੇ ਕਿ ਉੱਥੇ ਲੋਕਾਂ ਨੇ ਜਦੋਂ ਕਿਹਾ ਕਿ ਜੀ ਹੜਤਾਲ ਕਰੋ, ਲੋਕ ਕਹਿੰਦੇ ਸਾਡੇ ਤਾਂ ਘਰ ਰੋਟੀ ਖਾਣ ਨੂੰ ਨਹੀਂ ਹੈ। ਲੀਡਰਾਂ ਨੇ ਵੀ ਕਿਹਾ ਕਿ ਵੀ ਇਹ ਤਾਂ ਬੜਾ ਵੱਡਾ ਮਸਲਾ ਇਹ ਹੈ ਕਿ ਵੀ ਪਹਿਲਾਂ ਰੋਟੀ ਦਾ ਇੰਤਜ਼ਾਮ ਕਰੀਏ ਫਿਰ ਹੀ ਇਹ ਮਤਲਬ ਸਾਡੇ ਨਾਲ ਹੜਤਾਲ 'ਚ ਜਾਣਗੇ। ਔਰ ਫੈਸਲਾ ਇਹ ਹੋਇਆ, ਔਰ ਉਹਦੇ 'ਚ ਵੀ ਬਹਿਸ ਹੋਈ ਕਿ ਵੀ DC ਨੂੰ ਕਹਿੰਦੇ ਆ ਉਹ ਸਸਤੀ ਦੁਕਾਨਾਂ ਖੁਲਵਾ ਦਿੰਦਾ, ਕਿਉਂਕਿ ਉਹਦੇ ਕੋਲ ਐਮਰਜੈਂਸੀ ਪਾਵਰਸ ਨੇ, ਉਦੋਂ DIR ਸੀ, ਡਿਫੈਂਸ ਆਫ ਇੰਡੀਆ ਰੂਲਸ ਦੇ ਅੰਡਰ। ਉਹ ਕਹਿੰਦੇ ਵੀ ਉਹਨੂੰ ਆਪਾਂ ਆਪਣੇ ਕੰਮ 'ਚ ਕਿਉਂ ਫਸਾਉਂਦੇ, ਆਪਾਂ ਹਰ ਮੁਹੱਲੇ 'ਚ ਲੰਗਰ ਕਿਉਂ ਨਾ ਲਾਈਏ। ਔਰ ਉਹ ਲੰਗਰ ਦਾ ਅਸਰ ਇਹ ਹੋਇਆ ਕਿ ਜਾਤ ਪਾਤ ਅਤੇ ਧਰਮਾਂ ਤੋਂ ਲੋਕ ਮੁਕਤ ਹੋ ਗਏ। 9 ਅਪ੍ਰੈਲ ਦੀ 1919 ਦੀ ਰਾਮਨੌਮੀ ਜਿਹੜੀ ਹੈ ਉਹ ਸਾਂਝੇ ਤੌਰ 'ਤੇ ਮਨਾਈ ਗਈ। ਔਰ ਮੈਂ ਕਿਹਾ ਉਹਦਾ ਸੁਨੇਹਾ ਜਿਸ ਬੰਦੇ ਨੇ ਸਾਨੂੰ ਦਿੱਤਾ ਅਸੀਂ ਉਹ ਭੁੱਲ ਗਏ। ਊਧਮ ਸਿੰਘ ਅਸੀਂ ਦਿੱਤਾ ਨਾ ਉਹਨੂੰ, ਉਹਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਦਿਖਾ ਲਿਆ ਸੀ, ਔਰ ਉਹਨੇ ਕਿਹਾ ਮੇਰਾ ਨਾਂ ਨਾ ਬਦਲਿਓ, ਜੇ ਨਾ ਬਦਲੋਗੇ ਤਾਂ ਮੇਰੇ ਦੁਸ਼ਮਣ ਹੋਵੋਗੇ, ਕਿਉਂਕਿ ਉਸੇ ਏਕਤਾ ਨੂੰ ਉਹਦਾ ਪ੍ਰਤੀਕ ਸੀ। ਔਰ ਉਹ ਅੰਗਰੇਜ਼ਾਂ ਦਾ ਕਹਿਣਾ ਕਿ ਜੇ ਮੁਹੰਮਦ ਨਾ ਆਏਗਾ ਤਾਂ ਮੁਸਲਮਾਨ ਵੀ ਹਮਦਰਦੀ ਕਰਨਗੇ, ਇਹ ਰਾਹ ਹਟਾ ਦਿਓ। ਤੋ ਮੇਰਾ ਕਿ ਇਹ ਜਿਹੜਾ ਮਤਲਬ ਹੈ ਇੱਕ ਬੰਨੇ ਹੈ ਕਿ ਵੀ ਜਿਹੜੀ ਇਹ ਅੱਜ ਮਾਰ ਘਰਾਂ ਤੱਕ ਪਹੁੰਚ ਰਹੀ ਉਹਦੇ ਉੱਤੇ ਆਪਾਂ ਮਤਲਬ ਬਹਿ ਕੇ ਸਾਂਝੀ ਮੈਂ ਇਸੇ ਕਰਕੇ ਕਹਿੰਦਾ ਹੁੰਦਾ ਕਿ ਵੀ ਮੈਨੂੰ ਸਮਝ ਆ ਆਪਾਂ ਸਾਰਿਆਂ ਨੂੰ ਇਕੱਠਿਆਂ ਹੋ ਕੇ ਬਹੁਤ ਵੱਡੀ ਸਮਝ ਬਣਦੀ। ਤੋ ਥਿੰਕ ਟੈਂਕ ਜਿਹੜਾ ਹੈ ਉਹਨੂੰ ਕਰਨਾ ਚਾਹੀਦਾ, ਵਿਅਕਤੀ ਦੇ ਤੌਰ 'ਤੇ ਆਪਾਂ ਐਗਜ਼ਿਸਟ ਕਰਨਾ ਬੰਦ ਕਰੀਏ, ਇੱਕ ਮਤਲਬ ਗਰੁੱਪ ਦੇ ਤੌਰ 'ਤੇ ਇੱਕ ਥਿੰਕ ਟੈਂਕ ਦੇ ਤੌਰ 'ਤੇ ਕਰੀਏ, ਉਹਦੇ 'ਚ ਜੋ ਵੀ ਮਤਲਬ ਵਿਚਾਰ ਕਾਮਨ ਹੁੰਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰੀਏ। ਤੋ ਮੇਰਾ ਇਹ ਹੈ ਕਿ ਵੀ ਇਹਨੂੰ ਆਪਾਂ ਉਹ 2 ਪੱਖਾਂ ਤੋਂ ਜ਼ਰੂਰ ਦੇਖੋ ਕਿ ਇਹ ਜਿਹੜੀ ਮਤਲਬ ਇਸੇ ਕਰਕੇ ਮੈਂ ਕਹਿੰਦਾ ਕਿਸਾਨ ਜਿਹੜੀ ਲੜਾਈ ਲੜ ਰਹੇ ਨੇ ਉਹ ਅੱਜ ਘਰ ਦੀ ਜਿਹੜੀ ਮਹਿੰਗਾਈ ਹੈ ਉਹਦੀ ਲੜਾਈ ਵੀ ਉਹਦੇ ਵਿੱਚ ਪਈ ਹੋਈ ਹੈ। ਜੇ ਉਹ 3 ਕਾਨੂੰਨਾਂ ਨੂੰ ਬਦਲਣ ਦੀ ਗੱਲ ਹੋ ਰਹੀ ਹੈ ਤਾਂ ਉਹ ਇਹਦੇ ਵਿੱਚੋਂ ਹੀ ਹੈ ਕਿ ਵੀ ਜੇ ਤੁਹਾਡੀ ਅਸੈਂਸ਼ੀਅਲ ਫੂਡ ਆਈਟਮਸ ਵਾਲਾ ਜਿਹੜਾ ਹੈ ਜਿਹਦੇ ਸਿਰ ਦੇ ਉੱਤੇ ਮਤਲਬ ਇਹਨਾਂ ਨੇ ਹਰ ਬੰਦੇ ਦੇ ਸਿਰ ਤੇ 3,12,000 ਕਰੋੜ ਰੁਪਈਆ ਕਮਾ ਲਿਆ ਪੰਜਾਬ ਦੇ ਹਰ ਸਿੱਖ ਦੇ ਸਿਰ ਦੇ ਉੱਤੇ, ਔਰ ਉਹ ਛੱਡਣ ਨੂੰ ਤਿਆਰ ਨਹੀਂ ਹੈ। ਇਸੇ ਕਰਕੇ ਮੈਂ ਕਹਿ ਰਿਹਾ ਸੀ ਕਿ ਵੀ ਉਹਨਾਂ ਨੇ ਉਹ ਮਿਨਿਸਟਰ ਨਹੀਂ ਬਦਲੇ। ਤੁਹਾਡਾ ਕਮਰਸ ਵਾਲਾ ਮਿਨਿਸਟਰ ਕਾਇਮ ਹੈ, ਤੁਹਾਡਾ ਐਗਰੀਕਲਚਰ ਵਾਲਾ ਮਿਨਿਸਟਰ ਕਾਇਮ ਹੈ, ਤਾਂ ਮਤਲਬ ਉਹਨਾਂ ਨੂੰ ਕੋਈ ਸੇਕ ਨਹੀਂ ਹੈ ਇਹਦਾ। ਪਰ ਉਹ ਸੇਕ ਵਾਸਤੇ ਆਪਾਂ ਤਿਆਰੀ ਕਰੀਏ ਕਿ ਹਰ ਘਰ ਵਿੱਚ ਜੇ ਇਹ ਪਹੁੰਚ ਜਾਏ, ਭਾਈ ਆ ਜਿਹੜੇ ਤੁਹਾਡੇ ਤੇਲਾਂ ਦੇ ਭਾਅ ਨੇ ਇਹਨਾਂ ਨੇ ਤਾਂ 35,000 ਕਰੋੜ ਰੁਪਈਆ ਕਮਾ ਲਿਆ ਇਹ ਦਾਲਾਂ ਮੰਗਵਾ ਕੇ, ਨਾਲ ਤੁਹਾਨੂੰ ਹੋਰ ਜੁਰਮਾਨਾ ਦੇ ਦਿੱਤਾ। ਉਹਨਾਂ ਨੇ ਖਾਣ ਵਾਲਾ ਤੇਲ ਜਿਹੜਾ ਹੈ ਉਹ ਬਾਹਰੋਂ, ਔਰ ਉਹਦਾ ਬਹਾਨਾ ਹਮੇਸ਼ਾ ਇਹ ਹੁੰਦਾ ਜੀ ਇੰਟਰਨੈਸ਼ਨਲ ਮਾਰਕੀਟ 'ਚ ਰੇਟ ਫਰਕ ਪੈ ਗਿਆ। ਮਤਲਬ ਜਦੋਂ ਕਿ ਤੁਹਾਡੇ ਕੋਲ ਜਿਹੜੇ ਆਪਣੇ ਰਾਈਟਸ ਨੇ ਉਹ ਤੁਸੀਂ ਆਪਰੇਟ ਨਹੀਂ ਕਰਦੇ, ਉਹ ਮਲਟੀਨੈਸ਼ਨਲਸ ਨੂੰ ਫਾਇਦਾ ਦੇਣ ਲਈ ਮਤਲਬ ਉਹਦਾ ਹੁੰਦਾ। ਤਾਂ ਮੇਰਾ ਸੀ ਵੀ ਇਹ ਜਿਹੜੀਆਂ 2 ਰਿਪੋਰਟਸ ਨੇ ਇਹਨਾਂ ਦਾ ਆਧਾਰ ਬਣਾ ਕੇ ਵੀ 2018 ਵਿੱਚ
ਇਹ ਗੱਲ ਚਰਚਾ ਸ਼ੁਰੂ ਹੋਈ ਔਰ ਉਹਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਤਾ ਕਿ ਉਹ ਖੁਦ ਜਿਹੜਾ ਉਹਨਾਂ ਦਾ ਰਿਸਰਚ ਗਰੁੱਪ ਹੈ ਉਹ ਇਹ ਕਹਿ ਰਿਹਾ ਹੈ ਕਿ ਅਸੀਂ ਜਿਹੜੀ ਮਤਲਬ ਪ੍ਰਾਈਸ ਦੇ ਰਹੇ ਹਾਂ ਕਿਸਾਨਾਂ ਨੂੰ ਉਹ ਇੰਟਰਨੈਸ਼ਨਲ ਪ੍ਰਾਈਸ ਤੋਂ ਘੱਟ ਹੈਗੀ ਹੈ। ਅਸੀਂ ਨੈਗੇਟਿਵ 6 ਪੁਆਇੰਟ ਜਿਹੜਾ ਹੈਗਾ ਉਹ ਕਿਸਾਨਾਂ ਤੋਂ ਲੈ ਰਹੇ ਹਾਂ, ਦੇ ਨਹੀਂ ਰਹੇ। ਇਹ ਉਹ ਆਪ ਕਹਿ ਰਹੇ ਨੇ ਔਰ ਉਹਦੇ ਵਿੱਚੋਂ ਨਿਕਲਦਾ ਕਿ ਹੁਣ ਡਬਲ ਕਿਵੇਂ ਕਰਨਾ। ਡਬਲ ਦਾ ਮਤਲਬ ਹੈ ਕਿ ਡਬਲ ਕਿਹਦੀ ਹੋਏਗੀ ਇਨਕਮ। ਤੋ ਇਹ ਜਿਹੜਾ ਹੈ ਕਿ ਜਦੋਂ ਆਪਾਂ ਇਹ ਉੱਥੋਂ ਤੱਕ ਤਾਂ ਆਪਾਂ ਨੂੰ ਸਮਝ ਲੱਗ ਗਈ ਕਿਉਂਕਿ ਮਲਟੀ ਕਾਰਪੋਰੇਸ਼ਨਸ ਦਾ ਕੋਈ ਇੰਟਰਸਟ ਹੈ, ਲੇਕਿਨ ਉਹਦੇ ਮਗਰ ਮਤਲਬ USA ਬਹਿ ਕੇ ਕਿਵੇਂ ਗੇਮ ਖੇਡ ਰਿਹਾ। ਹੁਣ ਇਹ ਤੁਸੀਂ ਦੇਖੋ ਨਾ ਕਿ ਜਿਹੜੀਆਂ ਮਤਲਬ ਜਿਹੜੇ ਦੇਸ਼ ਮਤਲਬ ਇੱਕ ਬਹੁਤ ਵਧੀਆ ਆਇਆ ਸੀ ਮੁੱਦਾ, ਉਹਦੇ 'ਤੇ ਵੀ ਕਦੀ ਫਿਰ ਦੁਬਾਰਾ ਗੱਲ ਕਰਨ ਦੀ ਲੋੜ ਹੈ ਕਿ ਕਿਸਾਨੀ ਦੇ ਬਾਰੇ ਵਿੱਚ ਕੋਈ ਵੀ ਫੈਸਲਾ ਇੰਟਰਨੈਸ਼ਨਲ ਲਾ ਹੈ, 2018 ਦਾ ਹੀ ਲਾ ਹੈ ਔਰ ਬ੍ਰਾਜ਼ੀਲ ਨੇ ਲੜ ਕੇ ਬਣਵਾਇਆ ਕਿ ਕਿਸਾਨਾਂ ਦੇ ਅਤੇ ਪਿੰਡਾਂ ਦੇ ਬਾਰੇ ਵਿੱਚ ਕੋਈ ਵੀ ਫੈਸਲਾ ਅਗਰ ਹੋਣਾ ਤੁਸੀਂ ਉਹਨਾਂ ਤੋਂ ਪੁੱਛੇ ਬਗੈਰ ਨਹੀਂ ਕਰ ਸਕਦੇ। ਉਹ ਕਿਹਨਾਂ ਨੇ ਨਹੀਂ ਸਾਈਨ ਕੀਤੇ? ਬਾਕੀ ਸਾਰੀ ਦੁਨੀਆ ਨੇ ਸਾਈਨ ਕੀਤੇ ਹੋਏ, ਹਿੰਦੁਸਤਾਨ ਨੇ ਵੀ ਸਾਈਨ ਕੀਤੇ ਹੋਏ। ਸਾਈਨ ਕਿਹਨਾਂ ਨੇ ਨਹੀਂ ਕੀਤੇ? USA, UK ਉਹ ਤਾਂ ਉਹਦੇ ਮਗਰ ਚੱਲਦਾ ਹੈ, ਆਸਟ੍ਰੇਲੀਆ, ਕੈਨੇਡਾ। ਮਤਲਬ ਇਹਨਾਂ ਦੀ ਖਾਸੀਅਤ ਕੀ ਹੈ ਕਿ ਸਾਰੇ ਐਗਰੀਕਲਚਰ ਐਕਸਪੋਰਟਰ ਨੇ, ਸਾਰੀਆਂ ਮਲਟੀਨੈਸ਼ਨਲਸ ਇਹਨਾਂ ਦੀਆਂ ਨੇ ਜਿਨ੍ਹਾਂ ਦਾ ਐਗਰੀਕਲਚਰ ਦੀ ਐਕਸਪੋਰਟ ਉੱਤੇ ਉਹ ਤੁਹਾਡਾ ਵੀ ਖੜ ਜਾਂਦੇ ਨੇ। ਔਰ ਉਹਦਾ ਜਿਹੜਾ ਹੈ ਦੂਜੇ ਬੰਨੇ ਕਹਿੰਦੇ ਜੀ ਨਿਊਟ੍ਰੀਸ਼ਨ ਘਟ ਗਈ, ਜਦੋਂ ਕਿ ਨਿਊਟ੍ਰੀਸ਼ਨ ਦਾ ਤਾਂ ਹੁਣ ਚੱਕਰ ਆਉਣਾ। ਹੁਣ ਟੀਕਿਆਂ ਵਿੱਚ ਵੀ ਇਹੀ ਹੋਇਆ। ਹੁਣ ਕੱਲ੍ਹ ਦਿਆਲੂ ਬਣ ਗਏ ਕਿ ਇੱਕ ਕੋਵਿਨ ਸੌਫਟਵੇਅਰ ਡਿਵੈਲਪ ਕੀਤਾ, ਕਹਿੰਦੇ ਜੀ ਅਸੀਂ ਫ੍ਰੀ ਵੰਡ ਦਿਆਂਗੇ, ਜਦੋਂ ਕਿ ਮੈਂ ਡਾਕਟਰਾਂ ਨਾਲ ਵੀ ਲੜ ਰਿਹਾ ਇਹਦੇ 'ਤੇ ਕਿ ਕੋਵਿਡ ਵਾਸਤੇ ਵੀ ਇੱਕ ਪ੍ਰੋਫਿਲੈਕਸਿਕ ਦਵਾਈ ਹੈ, 2 ਗੋਲੀਆਂ ਨੇ ਜਿਹੜੀਆਂ 35 ਸਾਲ ਤੋਂ ਵਰਤੀਆਂ ਜਾ ਰਹੀਆਂ। ਉਹ ਐਂਟੀ ਵਰਮਸ ਹੁੰਦੀਆਂ ਸੀ, ਕੀੜਿਆਂ ਦੇ ਉੱਤੇ ਵਰਤੀ ਜਾਂਦੀ ਸੀਗੀ, ਐਵੇਮੈਂਟਨ ਹੈ। ਉਹਦੇ ਐਡਾ ਵੱਡਾ ਪ੍ਰੂਫ ਹੈ, 52 ਸਟੱਡੀਜ਼ ਨੇ। ਉਹਦੇ ਤੋਂ ਬਾਅਦ ਉਹਨਾਂ ਨੇ ਪ੍ਰੂਵ ਕੀਤਾ ਕਿ ਵੀ ਇਹ ਵਾਕਿਆ ਹੀ ਪ੍ਰੋਫਿਲੈਕਟਿਕਲੀ ਤੁਹਾਨੂੰ ਬਚਾ ਸਕਦੀ ਹੈ। ਲੇਕਿਨ ਉਹ ਕਿਉਂ ਨਹੀਂ ਕੀਤੀ ਜਾ ਰਹੀ? ਉਹ ਬਹੁਤ ਇੰਟਰਸਟਿੰਗ ਇਹ ਹੈ ਕਿ ਵੀ ਬੰਬੇ ਦੇ ਵਕੀਲਾਂ ਨੇ ਜਿਹੜੀ WHO ਦੀ ਐਕਸਪਰਟ ਹੈ ਉਹਦੇ 'ਤੇ ਮੁਕੱਦਮਾ ਕੀਤਾ ਕਿ ਵੀ ਤੂੰ ਝੂਠ ਮਾਰਿਆ। ਆ ਰਿਪੋਰਟਸ ਨੇ। ਅਮਰੀਕਾ ਵਿੱਚ ਇੱਕ ਆਲਟਰਨੇਟਿਵ ਗਰੁੱਪ ਹੈਗਾ ਜਿਹੜਾ ਫਰੰਟ ਲਾਈਨ ਕੋਵਿਡ ਕੇਅਰ ਮਤਲਬ ਵਰਕਰਸ ਦਾ ਹੈਗਾ, ਉਹ ਬੜੇ ਤਕੜੇ ਡਾਕਟਰ ਨੇ, ਜਿਹੜੇ ਟੌਪ ਡਾਕਟਰ ਨੇ। ਉਹਨਾਂ ਨੇ ਵੀ ਇਹ ਕਿਹਾ ਕਿ ਜਿੱਦਾਂ ਮੈਂ ਕਿਹਾ ਵੀ ਹਿੰਦੁਸਤਾਨ 'ਚ ਤੁਸੀਂ ਟੀਕਾ ਤੇ ਹਰ ਤੱਕ ਨਹੀਂ ਪਹੁੰਚਾ ਸਕਦੇ, ਜਦੋਂ ਤੁਹਾਡੇ ਉਹ ਐਗਜ਼ਾਸਟ ਹੋ ਗਿਆ ਫਿਰ ਬਾਕੀਆਂ ਦਾ ਕੀ ਬਣੂ। ਲੇਕਿਨ ਉਹ ਤੁਸੀਂ ਐਵਰਮੈਂਟਨ ਜਿਹੜੀ ਗੋਲੀਆਂ ਨੇ ਉਹਦੇ ਨਾਲ ਕਰ ਸਕਦੇ ਹੋ। ਉਹ ਮੈਂ ਡਾਕਟਰਾਂ ਨੂੰ ਨਹੀਂ ਉਹਦਾ ਪ੍ਰੂਫ ਨਹੀਂ ਹੈ। ਮੈਂ ਕਿਹਾ ਮੈਂ ਫਿਰ ਉਹਨੂੰ ਭੇਜਿਆ, ਮੈਂ ਕਿਹਾ ਵੀ ਉਹਨਾਂ ਨੇ ਉਹਦਾ ਇੱਕ ਪ੍ਰੋਟੋਕੋਲ ਬਣਾਇਆ ਹੋਇਆ ਕਿੰਨੀਆਂ ਸਟੱਡੀਜ਼ ਤੋਂ ਬਾਅਦ। ਤਾਂ ਇਹ ਹੈ ਕਿ ਜਿਹੜੀ ਸਾਇੰਸ ਵੀ ਲੋਕਾਂ ਦੇ ਕੰਮ ਆ ਸਕਦੀ ਹੈ, ਉਹਦੇ ਵਿੱਚ ਵੀ ਇਹ ਇੰਟਰਸਟ ਜਿਹੜਾ ਹੈ ਇਹ ਦੀਵਾਰ ਬਣ ਰਿਹਾ। ਇਸੇ ਤਰ੍ਹਾਂ ਹੀ ਇਹ ਜਿਹੜੀ ਮਹਿੰਗਾਈ ਦਾ ਵੀ ਹੈ ਕਿ ਜਿੰਨਾ ਚਿਰ ਤੱਕ ਹੁਣ ਤੇਲ ਦਾ ਵੱਧ ਰਿਹਾ ਭਾਅ, ਲੇਕਿਨ ਲੋਕਾਂ ਨੂੰ ਇੰਨਾ ਕੁ ਮੇਰਾ ਖਿਆਲ ਜਾਂ ਤਾਂ ਡਰ ਵਿੱਚ ਹੈ ਕਿ ਉਹ ਇਕੱਠੇ ਨਹੀਂ ਹੋ ਪਾ ਰਹੇ, ਜਾਂ ਮਤਲਬ ਉਹ ਵੀ ਹੈ ਕਿ ਵੀ ਜੇ ਤੁਸੀਂ ਅੱਜ ਕੰਮ 'ਤੇ ਨਾ ਗਏ ਤਾਂ ਦਿਹਾੜੀ ਨਹੀਂ ਮਿਲਣੀ। ਉਹ ਪੂਰਾ ਹੈਗਾ ਇੱਕ। ਔਰ ਇਸੇ ਤਰ੍ਹਾਂ ਹੀ ਜਿਹੜਾ ਘਰ ਵਿੱਚ ਹੈ ਔਰ ਉਹਦਾ ਤਾਂ ਸਾਫ਼ ਜਿਹੜਾ ਦਾਲਾਂ ਦਾ ਅਤੇ ਤੇਲ ਦਾ ਭਾਅ ਦਾ ਸਾਫ਼ ਇਹਦੇ ਨਾਲ ਹੈ ਕਿ ਇਸ ਨੀਤੀ ਵਿੱਚੋਂ ਨਿਕਲਿਆ ਹੋਇਆ। ਅਸੈਂਸ਼ੀਅਲ ਸਰਵਿਸਿਜ਼ ਦਾ ਜਿਹੜਾ ਅਸੈਂਸ਼ੀਅਲ ਫੂਡ ਆਈਟਮਸ ਨੂੰ ਬਦਲਤਾ ਔਰ ਉਹਦੇ 'ਤੇ ਕੋਈ ਇਜਾਰੇਦਾਰੀ ਨਹੀਂ ਹੈ, ਉਹ ਮਤਲਬ ਕੰਟਰੋਲ ਨਹੀਂ ਹੈ। ਔਰ ਉਹਦੇ 'ਤੇ ਕੰਟਰੋਲ ਉਦੋਂ ਹੀ ਹੋਏਗਾ ਜਿੱਦਾਂ ਹੁਣ ਇਹਨਾਂ ਨੇ ਪਿੱਛੇ ਕੀਤਾ ਸੀ ਕਿ ਜੀ ਇਹ ਡਬਲ ਨਾਲ ਜ਼ਿਆਦਾ ਹੋ ਗਈ ਹੈ। ਹੁਣ ਮਤਲਬ ਤੁਸੀਂ 200 ਮੀਟ੍ਰਿਕ ਟਨ ਤੋਂ ਜ਼ਿਆਦਾ ਮਤਲਬ ਸਟੋਰ ਨਹੀਂ ਕਰਨੀ ਦਾਲਾਂ। ਹਾਲਾਂਕਿ ਉਹਦੇ 'ਚ ਹੈ ਕਿ ਐਕਸਪੋਰਟ ਵਾਲਿਆਂ ਨੂੰ ਕੋਈ ਬੰਦਿਸ਼ ਨਹੀਂ ਹੈ, ਤੁਸੀਂ ਇੱਧਰੋਂ ਇੰਪੋਰਟ ਕਰਕੇ ਐਕਸਪੋਰਟ ਕਰਕੇ। ਲੇਕਿਨ ਗੱਲ ਮਤਲਬ ਹੈ ਕਿ ਵੀ ਉਹ ਜਿਹੜਾ ਉਹ ਪੈਸਾ ਵੀ ਕਮਾ ਰਹੇ ਨੇ ਔਰ ਉਹਦਾ ਜਿਹੜਾ ਸਿੱਧਾ ਤਾਂ ਮੈਂ ਸਮਝਦਾ ਕਿ ਮਹਿੰਗਾਈ ਨੂੰ ਜਦੋਂ ਤੱਕ ਅਸੀਂ ਇਹਦੇ ਨਾਲ ਜੋੜ ਕੇ ਮਤਲਬ ਇਹ ਆਪਾਂ ਗੱਲ ਮਤਲਬ ਅੰਕੜਿਆਂ 'ਤੇ ਕਰ ਰਹੇ ਹਾਂ, ਉਸ ਨੀਤੀ 'ਤੇ ਕਰ ਰਹੇ ਹਾਂ। ਇਸੇ ਕਰਕੇ ਹੈ ਕਿ ਅੱਜ ਸਗੋਂ ਮਤਲਬ ਕਿ ਕਿਸਾਨ ਮੂਵਮੈਂਟ ਨੇ ਜਿੱਥੇ ਫੜੀ ਹੋਈ ਹੈ ਸੰਘੀ, ਉਹਦਾ ਹੁਣ ਜ਼ਿਆਦਾ ਸਮਝ ਲੱਗ ਰਹੀ ਆਪਾਂ। ਔਰ ਉਹ ਆਪਾਂ ਤਾਂ ਇਹਨਾਂ ਕਿਸੇ ਵੀ ਸ਼ਾਇਦ ਅਡਾਨੀ ਅੰਬਾਨੀ ਦਾ, ਲੇਕਿਨ ਉਹਦੇ ਮਗਰ ਵੀ ਕਿੱਥੇ ਬੈਠੇ ਹੋਏ ਨੇ ਔਰ ਕੌਣ ਉਹਦਾ ਫਾਇਦਾ ਉਠਾ ਰਿਹਾ। ਔਰ ਉਹਦੇ ਵਿੱਚੋਂ ਹੀ ਹੈ ਕਿ ਮਤਲਬ ਅਸੀਂ ਬਹੁਤ ਸਾਰੀ ਮਤਲਬ ਆਮ ਧਾਰਨਾ ਦੀ ਗੱਲ ਕਰਦੇ ਹਾਂ, ਲੇਕਿਨ ਵਿਗਿਆਨਕ ਗੱਲ ਜਿਹੜੀ ਹੈ ਉਹਦੇ 'ਤੇ ਆਉਣ ਦੀ ਲੋੜ ਹੈ। ਤਾਂ ਉਹ ਪ੍ਰੋਡਕਸ਼ਨ ਸਿਸਟਮ ਮਤਲਬ ਉਹ ਸਾਰਾ। ਔਰ ਇਸ ਕਰਕੇ ਮੇਰਾ ਸੀ ਵੀ ਇਹ ਜਿਹੜੀ ਚੀਜ਼ ਹੈ ਇਹਨੂੰ ਮੈਂ ਤੁਹਾਡੇ ਧਿਆਨ 'ਚ ਲਿਆਵਾਂ, ਆਪਾਂ ਸ਼ੇਅਰ ਕਰੀਏ ਔਰ ਇਹਦੇ ਉੱਤੇ ਆਪਾਂ ਇੱਕ ਕੋਈ ਕਾਮਨ ਡਾਕੂਮੈਂਟ ਵੀ ਬਣਾ ਸਕਦੇ ਹਾਂ।
ਬਲ ਕਿਉਂਕਿ ਇਹ ਅੰਕੜੇ ਨੇ ਜਿਹੜੇ ਹਰ ਬੰਦੇ ਤੱਕ ਪਹੁੰਚਣੇ ਚਾਹੀਦੇ ਨੇ। ਕੱਲ੍ਹ ਨੂੰ ਕਿਸਾਨ ਮੋਰਚੇ ਵਾਲਿਆਂ ਨੂੰ ਵੀ ਦਿਆਂਗੇ ਤੇ ਉਹ ਵੀ ਇਹਦੇ ਉੱਤੇ ਐਕਸ਼ਨ ਲੈਣ ਦੇ, ਕਿਉਂਕਿ ਮੈਂ ਤਾਂ ਕਈ ਵਾਰ ਕਿਹਾ ਕਿ ਉਹਨਾਂ ਦਾ ਵੀ ਉਹਨਾਂ ਰਿਸਰਚ ਸਪੋਰਟ ਚਾਹੀਦੀ ਹੈ। ਪਰ ਵਿਅਕਤੀ ਦੇ ਤੌਰ ਤੇ ਜਦੋਂ ਆਪਾਂ ਜਾਂਦੇ ਹਾਂ ਤਾਂ ਫਿਰ ਉਹ ਲੱਗਦਾ ਕਿ ਤੁਸੀਂ ਕੌਣ ਹੁੰਦੇ ਸਲਾਹ ਦੇਣ ਵਾਲੇ। ਮੈਂ ਕਿਹਾ ਮੈਂ ਤਾਂ ਸਲਾਹ ਨਹੀਂ ਦਿੰਦਾ, ਲੇਕਿਨ ਅਸੀਂ ਇੱਕ ਸਿਆਣਿਆਂ ਬੰਦਿਆਂ ਨੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਹੈ ਕਿ ਵੀ ਆਹ ਜਿਹੜੇ ਅੰਕੜੇ ਨੇ ਇਹਨਾਂ ਨੂੰ ਸਾਂਝਾ ਕੀਤਾ ਜਾਵੇ। ਤਾਂ ਮੈਂ ਇੰਨਾ ਕੁ ਜਿਹੜਾ ਸੀ ਨਾ ਵੀ ਇਹ ਕਿਉਂਕਿ ਪੂਰੀ ਮੈਕੈਨਿਜ਼ਮ ਜਿਹੜੀ ਹੈਗੀ ਹੈ ਭਾਵਾਂ ਦੀ, ਮਤਲਬ ਇਹ ਸਿੰਪਲ ਨਹੀਂ ਹੈ। ਇਹਦੇ ਮਗਰ ਕਿਹਦਾ ਇੰਟਰਸਟ ਕਿਵੇਂ ਵੱਧ ਰਿਹਾ, ਔਰ ਫਿਰ ਉਹੀ ਹੈ ਕਿ ਜੇ ਤੁਸੀਂ ਉੱਧਰੋਂ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਸ਼ਨ ਨੇ ਉਹਨਾਂ ਦਾ ਤੇ ਜਿਹੜਾ ਇਨਕਮ ਟੈਕਸ ਹੈ ਉਹ ਘਟਾਤਾ, ਔਰ ਉਹ ਬੈਂਕਾਂ ਨੂੰ ਵੀ ਲੁੱਟ ਲਗਾਇਆ, ਉਹ ਤਾਂ ਸਾਰਾ ਹੋ ਗਿਆ, ਤਾਂ ਉਹਦਾ ਭਾਰ ਕਿੱਥੇ ਪੈ ਰਿਹਾ? ਕਿਉਂਕਿ ਕਿਸੇ ਨੇ ਮਤਲਬ ਇਹ ਕਹਿ ਦਿੱਤਾ ਜੀ ਆਪਾਂ ਕਿਉਂਕਿ ਉਹਨਾਂ ਦੇ ਮਤਲਬ ਬੰਦ ਕੀਤੇ ਹੋਏ ਨੇ ਟੋਲ ਟੈਕਸ, ਉਹ ਲੈ ਰਹੇ ਨੇ। ਮੈਂ ਕਿਹਾ ਉਹ ਟੋਲ ਟੈਕਸ ਨਾਲ ਉਹਨਾਂ ਨੂੰ ਅਜੇ ਨਹੀਂ ਫਰਕ ਪਿਆ। ਉਹ ਸਗੋਂ ਇਹ ਕਹਿ ਰਹੇ ਨੇ ਜੀ ਸਾਡਾ ਹੁਣ ਜਿਹੜਾ ਫਾਸਟੈਗ ਨਾਲ ਜ਼ਿਆਦਾ ਇਕੱਠਾ ਹੋ ਰਿਹਾ। ਪਰ ਇਹ ਹੈ ਕਿ ਵੀ ਲੇਕਿਨ ਹੈ ਕਿ ਤੁਸੀਂ ਜੋ ਦਿਖਾਇਆ ਹੈ ਕਿ ਵੀ ਇੱਥੇ ਕਿਹਦਾ ਰੂਲ ਚੱਲੇਗਾ, ਲੋਕਾਂ ਦਾ ਚੱਲੇਗਾ ਕਿ ਸਰਕਾਰ ਆਪਣੀ ਮਨਮਰਜ਼ੀ ਕਰੇਗੀ, ਤਾਂ ਉਹ ਡੈਫੀਨੇਟ ਹੈ। ਤੋ ਇਸ ਕਰਕੇ ਹੈ ਕਿ ਜੇ ਆਪਾਂ ਇਸ ਮੈਕੈਨਿਜ਼ਮ ਨੂੰ ਮਤਲਬ ਸਮਝ ਕੇ ਔਰ ਉਹਦੇ 'ਤੇ ਇਕੱਠੇ ਬਹਿ ਕੇ ਮਤਲਬ ਵੀ ਕੈਨ ਡੈਫੀਨੇਟਲੀ ਇੱਕ ਮਤਲਬ ਪੇਪਰ ਵੀ ਬਣਾ ਸਕਦੇ ਆ, ਤਾਂ ਕਿ ਇਹ ਜਿਹੜੀਆਂ ਨੇ ਉਹਦੇ 'ਚ ਜਿਹਨੂੰ ਕਿਸੇ ਨੇ ਹੋਰ ਦੇਖਣਾ ਸ਼ਾਇਦ ਸਾਡੇ ਨਾਲੋਂ ਜ਼ਿਆਦਾ ਸਮਝ ਸਕੇ, ਉਹ ਡਾਕੂਮੈਂਟਸ ਮਤਲਬ ਕਰਦੇ ਨੇ। ਇਹ OECD ਦਾ 2018 ਦੀ, ਔਰ ਉਹਦਾ ਨਾਂ ਹੀ ਇਹ ਹੈ ਐਗਰੀਕਲਚਰ ਪਾਲਿਸੀ ਆਫ ਇੰਡੀਆ ਐਕਸਪੋਰਟ ਓਰੀਐਂਟੇਸ਼ਨ। ਮਤਲਬ 2018 ਵਿੱਚ ਹੀ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਡਬਲ ਇਨਕਮ ਕਰ ਦੇਣੀ, ਡਬਲ ਇਨਕਮ ਕਰ ਦੇਣੀ ਹੈ। 16 ਵੋਲੀਅਮਸ ਵਿੱਚ ਉਹ ਤਿਆਰ ਵੀ ਕਰਤਾ, ਉਹ ਮੈਂ ਸਾਰੇ ਮੇਰੇ ਕੋਲ ਡਾਊਨਲੋਡਡ ਨੇ, ਉਹ ਮੈਂ ਸੁਖਪਾਲ ਨਾਲ ਵੀ ਉਦੋਂ ਸ਼ੇਅਰ ਕੀਤੇ ਸੀ। ਪਰ ਉਹਦੇ ਵਿੱਚੋਂ ਕੋਈ ਵੀ ਆਈਡੀਆ, ਕਿਉਂਕਿ ਉਦੋਂ ਸਾਰਿਆਂ ਨੂੰ ਲਾਇਆ ਹੋਇਆ ਸੀ ਵੀ ਤੁਸੀਂ ਦੇਖੋ ਵੀ ਇਹਦੇ 'ਚ ਹਾਰਟੀਕਲਚਰ 'ਚੋਂ ਕਿਵੇਂ ਹੋ ਸਕਦੀ ਹੈ, ਉਹਦੇ 'ਚੋਂ ਇਨਕਮ ਕਿਵੇਂ ਵੱਧ ਸਕਦੀ ਹੈ। ਤੋ ਇਸ ਕਰਕੇ ਬਾਕੀ ਆਪਾਂ ਗਾਂ ਡਿਸਕਸ਼ਨ 'ਚ ਮਤਲਬ ਕਰ ਸਕਦੇ ਹਾਂ, ਕਿਉਂਕਿ ਜੀ ਸ਼ੋਰ।